ਹਾਂਜੀ ਜੀ। ਕਹਿੰਦੇ ਅੱਜ ਹੈਪੀ ਮਦਰਸ ਡੇ ਹੈ ਜੀ। ਮਦਰਸ ਡੇ ਜਿਹੜਾ ਵੈਸੇ ਤਾਂ ਇੱਕ ਕਿਸਮ ਦਾ ਇੱਕ ਕਮਰਸ਼ੀਅਲ ਚੌਂਚਲਾ ਜਿਹਾ ਹੀ ਬਣ ਚੁੱਕਾ ਹੋਇਆ। ਜੋ ਮਰਜ਼ੀ ਇਹਦੇ ਕਾਰਨ ਸ਼ੁਰੂ 'ਚ ਹੋਏ ਹੋਣ, ਸ਼ੁਰੂ ਕਰਨ ਦੇ 1908 'ਚ ਅਮਰੀਕਾ ਤੋਂ ਸ਼ੁਰੂ ਹੋਇਆ। ਉਸ ਤੋਂ ਪਹਿਲੇ ਕਿਧਰੇ ਗ੍ਰੀਕਸ ਵਿੱਚ ਹੁੰਦਾ ਸੀ, ਪਰ ਹੁਣ ਤਾਂ ਇੱਕ ਤਰੀਕੇ ਦਾ ਸਿਰਫ ਕਮਰਸ਼ੀਅਲ ਜਿਹਾ ਚੌਂਚਲਾ ਹੈ, ਜਿਹੜਾ ਫਿਰ 70 ਸਾਲ ਬਾਅਦ ਇੰਡਸਟਰੀ ਨੂੰ ਸਮਝ ਆਈ ਕਿ ਫਾਦਰਸ ਡੇ ਵੀ ਹੋਣਾ ਚਾਹੀਦਾ। ਉਹ ਫਿਰ 1970 'ਚ ਫਾਦਰਸ ਡੇ ਵੀ ਬਣ ਗਿਆ। ਇਹਦਾ ਇੱਕ ਸਮਾਜਿਕ ਰੂਪ ਵੀ ਹੈ ਹਾਂਜੀ, ਕਿ ਔਰਤ ਦੇ ਇੱਕ ਰੂਪ ਨੂੰ ਇੱਕ ਲੇਬਲ ਲਾ ਕੇ ਉਹਨੂੰ ਤੇ ਸੈਂਟਰਲਾਈਜ਼ ਕਰ ਲੈਣਾ, ਪਰ ਔਰਤ ਐਜ਼ ਏ ਹਿਊਮਨ ਬੀਇੰਗ, ਔਰਤ ਐਜ਼ ਏ ਇਨਸਾਨ ਦੇ ਜਿਹੜੇ ਬਾਕੀ ਬਹੁਤ ਰੂਪ ਨੇ ਉਹਨਾਂ ਨੂੰ ਇਗਨੋਰ ਕਰ ਦੇਣਾ। ਹਾਂਜੀ, ਕਿ ਉਹੀ ਔਰਤ ਜਿਹੜੀ ਕਿ ਮਾਂ ਵੀ ਹੈ, ਉਹ ਕਿਸੇ ਦੀ ਵਹੁਟੀ ਵੀ ਹੈ, ਕਿਸੇ ਦੀ ਭੈਣ ਵੀ ਹੈ, ਕਿਸੇ ਦੀ ਸਹੇਲੀ ਵੀ ਹੈ, ਕਿਸੇ ਦੀ ਬੜੇ ਹੋਰ ਰਿਲੇਸ਼ਨਸ ਨੇ, ਬੌਸ ਵੀ ਹੈ, ਕੁਲੀਗ ਵੀ ਹੈ। ਹਾਂਜੀ, ਤੇ ਫਿਰ ਉਹਦੇ ਦੂਜੇ ਰੂਪਾਂ ਦੇ ਵਿੱਚ ਉਹਦੀਆਂ ਕੁਝ ਲੋੜਾਂ ਵੀ ਨੇ। ਉਹ ਗੁਸੈਲ ਵੀ ਹੋ ਸਕਦੀ ਹੈ, ਉਹ ਚੰਗੀ ਵੀ ਹੋ ਸਕਦੀ ਹੈ, ਉਹ ਚੁੜੈਲ ਵੀ ਹੋ ਸਕਦੀ ਹੈ, ਉਹ ਹਰ ਤਰੀਕੇ ਦਾ, ਜਿਵੇਂ ਅਸੀਂ ਸਾਰੇ ਕੋਈ ਵੀ ਇਨਸਾਨ ਹੁੰਦੇ ਹਾਂ। ਪਰ ਚਲੋ, ਉਹ ਐਸਾ ਵੱਡਾ ਇਸ਼ੂ ਹੈ। ਅੱਜ ਦੇ ਲੈਕਚਰ 'ਚ ਦੇਵਦੱਤ ਪਟਨਾਇਕ ਹੋਰਾਂ ਨੇ ਬਹੁਤ ਹੀ ਵਧੀਆ ਉਹਨੂੰ ਡੀਲ ਕੀਤਾ। ਪਰ ਉਹ ਜਿਵੇਂ ਮੈਂ ਦੱਸਿਆ ਨਾ ਕਿ ਕਮਰਸ਼ੀਅਲ, ਜਿਵੇਂ ਕੋਸਮੈਟਿਕਸ ਦੇ ਵਿੱਚ ਵੀ ਪਹਿਲੇ ਸਿਰਫ ਔਰਤਾਂ ਦੇ ਉੱਤੇ ਹੀ ਸਭ ਕੁਝ ਬਣਦਾ ਸੀ। ਫਿਰ ਇੰਡਸਟਰੀ ਨੂੰ ਸਮਝ ਆਈ ਕਿ ਓਏ ਅਸੀਂ ਅੱਧੇ ਤੇ ਕਸਟਮਰ ਆਪਣੇ ਮਿਸ ਕਰਦੇ ਪਏ ਹਾਂ। ਫਿਰ ਉਹ ਮਰਦਾਂ ਦੇ ਉੱਤੇ ਵੀ ਬਣਨੇ ਸ਼ੁਰੂ ਹੋਈ ਕੋਸਮੈਟਿਕਸ, ਤੇ ਉਹ ਜਿਹੜੀਆਂ ਖੇਡਾਂ ਚੱਲਦੀਆਂ ਰਹਿੰਦੀਆਂ। ਅਸੀਂ ਆਪਣੀ ਸਿਹਤ ਨੂੰ ਅੱਗੇ ਵਧਾਉਣ ਦੇ ਲਈ ਜਿਹੜੀਆਂ ਗੱਲਾਂ ਕਰਨੀਆਂ ਚਾਹੁੰਦੇ ਹਾਂ, ਜਿਹਦੇ ਵਿੱਚ E=GMC² ਦੇ ਵਿੱਚ ਹੁਣ ਅਸੀਂ ਇਨਵਾਇਰਨਮੈਂਟ ਨੂੰ ਹੋਲਿਸਟਿਕ ਲੈਵਲ 'ਚ ਚੇਂਜ ਕਰਨ ਲਈ ਇਹ ਜਿਹੜੀ ਹੌਰਮੀਸਿਸ ਦੀ ਗੱਲ ਕੀਤੀ। ਇਹ ਜਿਹੜੀ ਮੈਂ ਕਿਤਾਬ ਸ਼ੁਰੂ ਦੇ ਵਿੱਚ ਦਿਖਾਈ, ਇਹ ਮੇਰੀ ਤੀਜੀ ਕਿਤਾਬ ਹੈ ਇਸ ਸਬਜੈਕਟ ਦੇ ਉੱਤੇ, ਜਿਹੜੀ ਅਸੀਂ ਸਾਇੰਸਦਾਨਾਂ ਦੇ ਲਈ ਵੀ ਉਹਨਾਂ ਦੇ ਕੋਲੋਂ ਲੈਕਚਰ ਚੈਪਟਰ ਲਿਖਵਾ ਕੇ ਕੀਤੀਆਂ ਹੋਈਆਂ। ਅੱਜ ਮੈਂ ਤੁਹਾਨੂੰ ਉਹਦੇ ਵਿੱਚ ਹੀ ਗੱਲਾਂ ਜਿਹੜੀਆਂ ਕਰਨੀਆਂ ਚਾਹਾਂਗਾ ਕਿ ਸਟ੍ਰੈਸ ਦੇ ਜਿਹੜੇ ਦੋ ਰੂਪ ਹੁੰਦੇ ਨੇ, ਕਿ ਸਟ੍ਰੈਸ ਦਾ ਜਿਹੜਾ ਨੈਗੇਟਿਵ ਰੂਪ ਹੈ, ਨਾਵਾਚਕ ਰੂਪ ਹੈ, ਉਹਦੇ ਤੋਂ ਤੇ ਸਾਨੂੰ ਕਾਫੀ ਜਾਣਕਾਰੀ ਹੈ। ਪਰ ਉਹਦੇ ਜਿਹੜੇ ਹਾਂਵਾਚਕ ਰੂਪ ਨੇ ਸਟ੍ਰੈਸ ਦਾ ਦੂਜਾ ਹਿੱਸਾ, ਉਹ ਹੌਰਮੀਸਿਸ ਦਾ ਬੇਸ ਹੈ, ਕਿ ਕਿਸੇ ਲੈਵਲ ਦੇ ਉੱਤੇ ਸਟ੍ਰੈਸ ਸਾਡੇ ਜੀਵਨ ਦਾ ਪੂਰਾ ਇੱਕ ਅੰਤਰੰਗ ਅੰਗ ਹੈ। ਉਸ ਤੋਂ ਬਗੈਰ ਜ਼ਿੰਦਗੀ ਹੋਈ ਨਹੀਂ। ਤੇ ਸਟ੍ਰੈਸ ਲਫ਼ਜ਼ ਥੋੜ੍ਹਾ ਜਿਹਾ ਕਨਫਿਊਜ਼ਨ ਕਰਦਾ ਹੈ, ਕਿਉਂਕਿ ਅਸੀਂ ਕਈ ਵਾਰ ਕਹਿੰਦੇ ਹਾਂ ਵੀ ਸਟ੍ਰੈਸ, ਖਾਸ ਕਰਕੇ ਜਦੋਂ ਅਸੀਂ ਫਿਜ਼ੀਕਲ ਲੈਵਲ ਦੀਆਂ ਗੱਲਾਂ ਕਰਦੇ ਹਾਂ, ਮਾਨਸਿਕ ਦੀਆਂ ਵੀ ਹੋਣਗੀਆਂ, ਕਿ ਜਿਵੇਂ ਸਟ੍ਰੈਸ ਇੱਕ ਰਿਜ਼ਲਟ ਹੈ। ਆਕਸੀਜਨ ਸਟ੍ਰੈਸ ਨਹੀਂ ਹੈ, ਆਕਸੀਜਨ ਸਟ੍ਰੈਸ ਕਰਦੀ ਹੈ। ਹਾਂਜੀ, ਇੰਜੀ ਭੋਜਨ ਆਪਣੇ ਆਪ 'ਚ ਸਟ੍ਰੈਸ ਨਹੀਂ ਹੈ, ਉਹ ਸਟ੍ਰੈਸ ਕਰ ਸਕਦਾ ਵੈ। ਸੋ ਸਟ੍ਰੈਸਰ ਤੇ ਸਟ੍ਰੈਸ ਦੇ ਵਿੱਚ ਫਰਕ ਹੈ। ਸਟ੍ਰੈਸ ਇੱਕ ਤਰੀਕੇ ਦੀ ਰਿਜ਼ਲਟ ਹੈ, ਪਰ ਅਸੀਂ ਭਾਸ਼ਾ ਦੇ ਵਿੱਚ ਅਸੀਂ ਉਹਨੂੰ ਹੀ ਸਟ੍ਰੈਸ ਕਹਿ ਦਿੰਦੇ ਹਾਂ। ਨਹੀਂ, ਸਾਨੂੰ ਉਹਦੇ ਰਿਜ਼ਲਟ ਨਾਲ ਦੇਖਣਾ ਪੈਣਾ ਕਿ ਜਿਹੜੀ ਚੀਜ਼ ਸਾਡੇ ਅੰਦਰ ਜਾ ਕੇ ਕੁਝ ਐਸੀ ਤਬਦੀਲੀ ਲਿਆਂਦੀ ਹੈ, ਟੈਂਪਰੇਰੀ ਜਾਂ ਪਰਮਾਨੈਂਟ, ਜਿਹਨੂੰ ਨਿਊਟਰਲਾਈਜ਼ ਕਰਨ ਲਈ, ਜਿਹਦੇ ਅਸਰਾਂ ਤੋਂ ਮੁਕਤ ਕਰਨ ਲਈ ਸਰੀਰ ਨੂੰ ਆਪਣੇ ਵੱਲੋਂ ਕੁਝ ਐਕਸਟਰਾ ਕਰਨਾ ਪੈਂਦਾ, ਉਸ ਚੀਜ਼ ਨੂੰ ਅਸੀਂ ਸਟ੍ਰੈਸ ਤੇ ਸਟ੍ਰੈਸ ਰਿਸਪੌਂਸ ਕਹਿੰਦੇ ਹਾਂ। ਸੋ ਇਹਨਾਂ ਚੀਜ਼ਾਂ ਦੇ ਵਿੱਚ, ਜਿਵੇਂ ਕੱਲ ਮੈਂ ਗੱਲ ਕੀਤੀ ਸੀ ਕਿ ਡੋਜ਼ ਡਿਟਰਮਿਨਸ ਦ ਪੋਇਜ਼ਨ। ਇਹ ਬੜੀ ਪੁਰਾਣੀ ਕਹਾਵਤ ਹੈਗੀ ਹੈ ਕਿ ਕਿਸੇ ਵੀ ਚੀਜ਼ ਦਾ ਜਿਹੜਾ ਵੈ, ਉਹਦੀ ਕਿੰਨੀ ਕੁਆਂਟਿਟੀ ਹੈ, ਕਿਹੜਾ ਕੌਨਟੈਕਸਟ ਹੈ, ਉਹ ਫੈਸਲਾ ਕਰਦਾ ਹੈ ਕਿ ਉਹ ਪੋਇਜ਼ਨ ਹੈ, ਉਹ ਫਾਇਦੇਮੰਦ ਹੈ ਕਿ ਨੁਕਸਾਨਦੇਹੀ ਹੈ। ਹਾਂਜੀ, ਜਿਵੇਂ ਪਰ ਇਹਨਾਂ ਚੀਜ਼ਾਂ ਦੀ ਇੰਪਲੀਕੇਸ਼ਨਸ ਵੀ ਬੜੀਆਂ ਹੈਗੀਆਂ, ਖਾਸ ਕਰਕੇ ਬਾਇਓਮੈਡੀਕਲ ਫੀਲਡ ਦੇ ਵਿੱਚ। ਮੈਡੀਕਲ ਫੀਲਡ ਦੇ ਵਿੱਚ ਈਵਨ ਐਂਟੀਬਾਇਓਟਿਕਸ ਜਿਹੜੀਆਂ ਕਿ ਬੈਕਟੀਰੀਆ ਨੂੰ ਮਾਰਦੀਆਂ ਨੇ, ਪਰ ਕਿਸੇ ਲੈਵਲ ਦੇ ਉੱਤੇ ਉਹ ਬੈਕਟੀਰੀਆ ਨੂੰ ਸਗੋਂ ਉਹਦੀ ਗਰੋਥ ਪ੍ਰਮੋਟ ਵੀ ਕਰ ਸਕਦੀਆਂ ਨੇ। ਇਹ ਜਿਹੜੇ ਬਾਈਫੇਜ਼ਿਕ ਡੋਜ਼ ਰਿਸਪੌਂਸ ਦੀ ਗੱਲ ਕਰਦੇ, ਤੇ ਉਹ ਬੜਾ ਨੁਕਸਾਨ ਹੁੰਦਾ ਕਿ ਜੇ ਅਸੀਂ ਕਈ ਵਾਰੀ ਜਦੋਂ ਐਂਟੀਬਾਇਓਟਿਕ ਖਾਂਦੇ ਆਪਣਾ ਕੋਰਸ ਨਹੀਂ ਪੂਰਾ ਕਰਦੇ, ਤੇ ਉਹਦੇ ਦੋ ਹਿੱਸੇ ਹੋ ਸਕਦੇ, ਕਿ ਉਹ ਜਿਹੜੇ ਬੈਕਟੀਰੀਆ ਨਹੀਂ ਮਰੇ ਉਹ ਵੀ ਵੱਧ ਸਕਦੇ ਨੇ, ਤੇ ਜੇ ਐਂਟੀਬਾਇਓਟਿਕ ਦੀ ਘਾਟ ਹੋਏਗੀ ਜਾਂ ਲੋ ਲੈਵਲ ਹੋ ਜਾਏਗਾ, ਤੇ ਉਹ ਕੁਝ ਬੈਕਟੀਰੀਆ ਨੂੰ ਸਗੋਂ ਗਰੋ ਕਰੇਗਾ। ਇੱਕ ਜਿਹੜੀਆਂ ਫੇਕ ਦਵਾਈਆਂ ਹੁੰਦੀਆਂ, ਉਹਨਾਂ ਦਾ ਇੱਕ ਇਹ ਬੜਾ ਭਿਅੰਕਰ ਹੁੰਦਾ ਕੰਮ। ਮੈਂ ਦੇਖੇ ਹੋਏ ਨੇ ਟੀਵੀ ਦੇ ਪ੍ਰੋਗਰਾਮ, ਜਿੱਥੇ ਹਿੰਦੁਸਤਾਨ 'ਚ ਬਣੀਆਂ ਹੋਈਆਂ ਦਵਾਈਆਂ ਜਿਹ 'ਚ ਪਾਈਆਂ ਤੇ ਐਂਟੀਬਾਇਓਟਿਕਸ ਨੇ, ਪਰ ਕਈ ਨਹੀਂ ਜੀ ਅਸੀਂ ਤਾਂ ਸਿਰਫ 10% ਐਂਟੀਬਾਇਓਟਿਕ ਪਾ ਦਾਂਗੇ, ਬਾਕੀ ਪੈਰਾਸੀਟਾਮੋਲ। ਉਹ ਜਿਹੜੀਆਂ ਉਹ ਬੈਕਟੀਰੀਆ ਨੂੰ ਮਾਰਨ ਦੀ ਥਾਂ ਤੇ ਕਈ ਵਾਰ ਬੈਕਟੀਰੀਆ ਨੂੰ ਗਰੋ ਕਰਾਉਂਦੀਆਂ। ਪਰ ਸਭ ਤੋਂ ਵੱਡੀ ਇੰਪਲੀਕੇਸ਼ਨ ਸਿਹਤ ਦੇ ਮਾਮਲੇ 'ਚ ਕੈਂਸਰ ਥੈਰੇਪੀਜ਼ ਉੱਤੇ ਹੈ, ਕਿ ਜੇ ਡਾਕਟਰਾਂ ਨੂੰ ਹਾਲੀ ਵੀ ਹੌਰਮੀਸਿਸ ਦੇ ਕਨਸੈਪਟ ਦੀ ਸਮਝ ਨਹੀਂ ਨਾ ਆਈ ਹੋਈ, ਉਹਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਹਰ ਕੈਂਸਰ ਦੀ ਦਵਾਈ ਜਿਹੜੀ ਕਿਸੇ ਖਾਸ ਲੈਵਲ ਤੇ, ਕੰਸਨਟ੍ਰੇਸ਼ਨ ਤੇ ਕੈਂਸਰ ਸੈੱਲਾਂ ਨੂੰ ਮਾਰਦੀ ਹੈ,
ਉਹ ਕਿਸੇ ਦੂਜੇ ਲੈਵਲ ਤੇ ਜਦੋਂ ਪੂਰਾ ਪ੍ਰੋਪਰ ਸਟੱਡੀਜ਼ ਲੈਬੋਰੇਟਰੀ 'ਚ ਕੀਤੀਆਂ ਜਾਂਦੀਆਂ ਉਹ ਕੈਂਸਰ ਸੈੱਲਾਂ ਨੂੰ ਸਪੀਡ 'ਚ ਵਧਾਉਂਦੀ ਹੈ। ਇਹ ਸੁਣਨ ਨੂੰ ਪੈਰਾਡੌਕਸਿਕਲ ਲੱਗਦਾ ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਟੌਕਸਿਕ ਚੀਜ਼ ਹੈ ਉਹ ਹਮੇਸ਼ਾ ਟੌਕਸਿਕ ਹੀ ਰਹੇਗੀ। ਪਰ ਸੋ ਇਹੀ ਕਿ ਜਦੋਂ ਕੈਂਸਰ ਦੇ ਮਰੀਜ਼ ਨੂੰ ਜਦੋਂ ਕੋਈ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਦਵਾਈ ਦਾ, ਕਿਉਂਕਿ ਕੈਂਸਰ ਸੈੱਲ ਮਰ ਰਹੇ ਨੇ, ਜੇ ਉਹਦੀ ਦਵਾਈ ਨੂੰ ਸਮਝੀ ਨਾਲ ਬਗੈਰ ਸਾਇੰਟੀਫਿਕ ਨੌਲੇਜ ਦੇ ਘਟਾਤਾ ਜਾਏ ਤੇ ਉਹੀ ਦਵਾਈ ਕੈਂਸਰ ਨੂੰ ਵਧਾ ਵੀ ਦਿੰਦੀ ਜੇ। ਹਾਂਜੀ, ਇਹ ਹੁਣ ਬੜਾ ਵੱਡਾ ਆਪਣੇ ਆਪ 'ਚ ਮਸਲਾ ਹੈਗਾ ਹੋਰਮੀਸਿਸ ਦਾ। ਪਰ ਇਹ ਅੱਜ ਅਸੀਂ ਜ਼ਿਆਦਾ ਗੱਲਾਂ ਕਰਨਾ ਚਾਹਾਂਗੇ। ਹਾਂ, ਉਹੀ ਡੋਜ਼ ਰਿਸਪੌਂਸ ਦੇ ਬਾਰੇ ਮੈਨੂੰ ਉਹ ਇੱਕ ਚੁਟਕਲਾ ਜਿਹਾ ਯਾਦ ਆ ਗਿਆ ਕਿ ਸਾਇੰਸਦਾਨ ਕਿਵੇਂ ਜਵਾਬ ਦਿੰਦਾ ਹੈ। ਸਾਨੂੰ ਪਤਾ ਨਾ ਜਿਹੜੀਆਂ ਖੁੰਬਾਂ ਹੁੰਦੀਆਂ ਮਸ਼ਰੂਮਸ, ਉਹ ਹਜ਼ਾਰਾਂ ਤਰ੍ਹਾਂ ਦੀਆਂ ਖੁੰਬਾਂ ਨੇ ਅਤੇ ਉਹਨਾਂ ਦੇ ਵਿੱਚ ਜਿਹੜੀਆਂ ਜਿੰਨੀਆਂ ਰੰਗਦਾਰ ਹੁੰਦੀਆਂ ਨੇ ਉਨੇ ਉਹਦੇ ਚਾਂਸ ਹੁੰਦੇ ਨੇ ਕਿ ਉਹ ਜ਼ਹਿਰੀਲੀਆਂ ਨੇ। ਅਤੇ ਕਿਸੇ ਨੇ ਸਾਇੰਸਦਾਨ ਨੂੰ ਪੁੱਛ ਲਿਆ ਕਿ ਬਈ ਇਹ ਹਰ ਤਰ੍ਹਾਂ ਦੀ ਖੁੰਬ ਖਾਧੀ ਜਾ ਸਕਦੀ ਹੈ? ਅਤੇ ਉਹ ਸਾਇੰਸਦਾਨ ਦਾ ਜਵਾਬ ਸੀ, ਹਾਂ, ਘੱਟੋ ਘੱਟ ਇੱਕ ਵਾਰੀ। ਜੀ, ਉਹ ਫਿਰ ਡੋਜ਼ ਡਿਟਰਮਿਨਸ ਦ ਪੋਇਜ਼ਨ, ਕਿ ਇੱਕ ਵਾਰੀ ਤਾਂ ਖਾਧੀ ਜਾ ਸਕਦੀ। ਸੋ ਅਸੀਂ ਜਿਹੜੀ ਅੱਜ ਦੀ ਗੱਲ ਨੂੰ ਅੱਗੇ ਵਧਾਉਣਾ ਕਿ ਸਟਰੈਸ ਇਜ਼ ਗੁੱਡ ਫਾਰ ਹੈਲਥ। ਇਹਦੀ ਸਾਇੰਟੀਫਿਕ ਰਿਸਰਚਾਂ ਹਾਲੀ ਕਿਹੋ ਜਿਹੀਆਂ ਹੋਈਆਂ ਨੇ ਅਤੇ ਹੋ ਰਹੀਆਂ ਨੇ, ਅਤੇ ਉਹਨਾਂ ਨੂੰ ਫਿਰ ਮਨੁੱਖਾਂ ਦੇ ਲਈ ਅਸੀਂ ਆਪਣੇ ਲਈ ਕੀ ਕੀ ਵਰਤਣ ਦੀਆਂ ਪੋਸੀਬਿਲਿਟੀਜ਼ ਬਣ ਰਹੀਆਂ ਨੇ। ਕਈਆਂ ਦੇ ਮਾਮਲੇ 'ਚ ਕਲੈਰਿਟੀ ਹੈ, ਕਈਆਂ ਦੇ ਮਾਮਲੇ 'ਚ ਕਲੈਰਿਟੀ ਆਏਗੀ ਜਦੋਂ ਹੋਰ ਰਿਸਰਚ ਹੋਏਗੀ। ਇਹਦੇ ਵਿੱਚ ਮੈਂ ਤੁਹਾਨੂੰ ਆਪਣੀ ਲੈਬੋਰੇਟਰੀ ਦੀ ਹੋਈ ਕਹਾਣੀ ਪਹਿਲੇ ਸੁਣਾ ਸਕਦਾ ਕਿ ਜਦੋਂ ਮੈਨੂੰ ਇਹ ਸਮਝ ਆਈ ਆਪਣੇ 20-25 ਸਾਲਾਂ ਦੀ ਰਿਸਰਚ ਤੋਂ ਬਾਅਦ ਕਿ ਸਾਡੀ ਬੋਡੀ 'ਚ ਕੋਈ ਐਨੀਮੀ ਨਹੀਂ ਹੁੰਦਾ, ਕੋਈ ਜਰੋਂਟੋ ਜੀਨ ਨਹੀਂ ਹੁੰਦਾ, ਫਿਰ ਕੁਐਸਚਨ ਇਹੀ ਆਇਆ ਕਿ ਫਿਰ ਕਿਹੜੇ ਤਰੀਕੇ ਨਾਲ ਅਸੀਂ ਆਪਣੀ ਸਿਹਤ ਨੂੰ ਪ੍ਰਮੋਟ ਕਰੀਏ ਜਾਂ ਮੇਨਟੇਨ ਕਰੀਏ, ਉਹਦਾ ਹੋਲਿਸਟਿਕ ਜਿਹਾ ਤਰੀਕਾ ਕੀ ਹੋਵੇ। ਹਾਂਜੀ, ਅਤੇ ਉਹਦੇ ਵਿੱਚ ਫਿਰ ਹੋਮਿਓਡਾਇਨਾਮਿਕ ਸਪੇਸ ਦੇ ਉਹਨਾਂ ਦਿਨਾਂ 'ਚ ਮੇਰੇ ਆਈਡੀਆਜ਼ ਡਿਵੈਲਪ ਹੋ ਰਹੇ ਸੀ। ਉੱਥੇ ਫਿਰ ਮੈਂ ਐਕਸਪੈਰੀਮੈਂਟ ਸ਼ੁਰੂ ਕੀਤੇ ਆਪਣੀ ਲੈਬੋਰਟਰੀ 'ਚ। ਇਹ ਗੱਲ ਕੋਈ ਮੇਰੇ ਖਿਆਲ 'ਚ 1997-98 ਦੇ ਨੇੜੇ ਤੇੜੇ ਦੀ ਹੈ ਕਿ ਹੋਰਮੀਸਿਸ ਦਾ ਫੀਲਡ ਆ ਰਿਹਾ ਸੀ ਸਾਹਮਣੇ। ਫਿਰ ਮੈਂ ਕਿਹਾ ਅੱਛਾ, ਅਸੀਂ ਆਪਣੇ ਸੈੱਲਾਂ ਨੂੰ ਨੋਰਮਲੀ ਲੈਬੋਰਟਰੀ ਦੇ ਵਿੱਚ ਆਪਣੇ ਜਿਹੜਾ ਸਰੀਰ ਦਾ ਟੈਂਪਰੇਚਰ ਹੈ 37 ਡਿਗਰੀ ਸੈਲਸੀਅਸ, ਉਹਦੇ 'ਤੇ ਅਸੀਂ ਮੇਨਟੇਨ ਕਰਦੇ ਹਾਂ, ਗਰੋ ਕਰਦੇ ਹਾਂ। ਅਤੇ ਏਜਿੰਗ ਦੀ ਪੜ੍ਹਾਈ ਦੇ ਵਿੱਚ ਅਸੀਂ ਉਹ ਚਮੜੀ ਦੇ ਸੈੱਲਾਂ ਨੂੰ ਲੈ ਕੇ ਖਾਸ ਤਰੀਕੇ ਨਾਲ ਉਹਨਾਂ ਨੂੰ ਕਲਚਰ ਕਰਦੇ ਹਾਂ, ਉਹਨਾਂ ਦੀ ਗਰੋਥ ਕਰਦੇ ਹਾਂ, ਅਤੇ ਉਹ ਸਾਲ 1.5 ਸਾਲ ਦੇ ਵਿੱਚ ਉਹਨਾਂ ਦੇ ਵਿੱਚ ਪੂਰਾ ਬੁਢੇਪੇ ਦੇ ਚਿੰਨ੍ਹ ਆਉਂਦੇ ਨੇ। ਹੁਣ ਉਹ ਮੈਂ ਤੁਹਾਨੂੰ ਇੱਥੇ ਨਹੀਂ ਐਕਸਪਲੇਨ ਕਰ ਰਿਹਾ, ਮੇਰੇ ਕੋਲ ਫੋਟੋਆਂ ਵੀ ਨਹੀਂ ਹੈਗੀਆਂ ਸੈੱਲਾਂ ਦੀਆਂ ਕਿ ਕਿਵੇਂ ਲੈਬੋਰਟਰੀ 'ਚ ਕਰਦੇ, ਕਿਉਂਕਿ ਘਰ ਦੇ ਵਿੱਚੋਂ ਸਾਰਾ ਮਟੀਰੀਅਲ ਨਹੀਂ ਮੇਰੇ ਪਾਸ ਪਿਆ। 1.5 ਸਾਲ ਦਾ ਐਕਸਪੈਰੀਮੈਂਟ ਹੁੰਦਾ। 37 ਡਿਗਰੀ ਦੇ ਉੱਤੇ ਅਸੀਂ ਉਹਨਾਂ ਨੂੰ ਸੈੱਲਾਂ ਨੂੰ ਵਧਾਉਂਦੇ ਹਾਂ। ਹੁਣ ਉਦੋਂ ਫਿਰ ਆਈਡੀਆ ਆਇਆ ਕਿ ਜੇ ਮੈਂ ਉਹਨਾਂ ਨੂੰ ਇੱਕ ਸਟਰੈਸ ਦੇਵਾਂ ਜਿਹੜੀ ਉਹਨਾਂ ਨੂੰ, ਮੈਨੂੰ ਕੋਈ ਬਹੁਤੀਆਂ ਉਹਦੇ 'ਚ ਕੋਈ ਕੰਪਾਊਂਡ ਨਾ ਪਾਉਣੇ ਪੈਣ, ਕੈਮੀਕਲ ਨਾ ਪਾਉਣੇ ਪੈਣ, ਅਤੇ ਉਹ ਸਟਰੈਸ ਦਾ ਫਾਇਦਾ ਕਿਵੇਂ ਦਿਖੇਗਾ। ਉਹਦੇ ਲਈ ਮੈਂ ਫਿਰ ਚੁਣੀ ਹੀਟ ਐਜ਼ ਏ ਸਟਰੈਸ, ਕਿਉਂਕਿ ਉਹ ਇੱਕ ਤਾਂ ਦੇਣੀ ਸੌਖੀ ਹੈ ਕਿ ਸੈੱਲਾਂ ਨੂੰ ਇੱਕ ਇਨਕੂਬੇਟਰ 37 ਡਿਗਰੀ ਤੋਂ ਕੱਢ ਕੇ ਅਤੇ ਕਿਸੇ ਦੂਜੇ ਹਾਈ ਟੈਂਪਰੇਚਰ ਦੇ ਇਨਕੂਬੇਟਰ 'ਤੇ ਪਾਇਆ। ਦੂਜਾ ਰੀਜ਼ਨ ਸੀ ਕਿ ਉਹਨਾਂ ਦਿਨਾਂ ਵਿੱਚ ਬੜੀ ਰਿਸਰਚ ਚੱਲ ਰਹੀ ਸੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਹੀਟ ਸ਼ੌਕ ਰਿਸਪੌਂਸ, ਕਿ ਜਦੋਂ ਸੈੱਲਾਂ ਨੂੰ ਜ਼ਿਆਦਾ ਹੀਟ ਮਿਲੇ ਜਾਂ ਈਵਨ ਹੈਵੀ ਮੈਟਲਸ ਮਿਲਣ ਜਾਂ ਐਂਟੀਬਾਇਓਟਿਕਸ ਮਿਲਣ, ਉਹ ਇੱਕ ਰਿਸਪੌਂਸ ਪੈਦਾ ਕਰਦੀ ਹੈ ਜਿਹਨੂੰ ਕਹਿੰਦੇ ਸਟਰੈਸ ਪ੍ਰੋਟੀਨਸ ਬਣਾਉਣੀਆਂ। ਜੇ ਉਹ ਨਾ ਬਣਾ ਸਕਣ ਸੈੱਲ ਤਾਂ ਜਿਉਂਦੇ ਨਹੀਂ ਰਹਿ ਸਕਦੇ। ਉਹ ਮੈਕਸੀਮਮ ਰਿਸਪੌਂਸ ਜਿਹੜਾ ਹੈ ਉਹਦੇ ਉੱਤੇ ਇੰਨੀ ਰਿਸਰਚ ਮੇਰੀ ਲੈਬ 'ਚ ਵੀ ਕਰ ਰਹੇ ਸੀ। ਫਿਰ ਮੈਂ ਸੋਚਿਆ ਕਿ ਨਹੀਂ, 43 ਡਿਗਰੀ ਵਾਲਾ ਨਹੀਂ, ਜੇ ਮੈਂ ਉਹਨੂੰ ਥੋੜ੍ਹਾ ਜਿਹਾ ਘਟਾਵਾਂ, ਮਾਈਲਡ ਸਟਰੈਸ ਕਰਾਂ। ਉਹਦੇ ਕਈ ਰੀਜ਼ਨ ਸਨ ਕਿ ਅਸੀਂ ਕਿਹੜਾ ਟੈਂਪਰੇਚਰ ਚੁਣਿਆ, ਪਰ ਉਹ ਗੱਲ ਨੂੰ ਛੋਟਾ ਰੱਖਣ ਦੇ ਲਈ ਮੈਂ ਇਹੀ ਦੱਸ ਸਕਦਾ ਤੁਹਾਨੂੰ ਕਿ ਅਸੀਂ ਜਦੋਂ ਇਹ ਇੱਕ ਪ੍ਰੋਟੋਕੋਲ ਚੁਣਿਆ ਕਿ ਜੇ ਮੈਂ ਆਪਣੇ ਲੈਬੋਰਟਰੀ ਦੇ ਸੈੱਲਾਂ ਨੂੰ ਜਿਹੜੇ 37 ਡਿਗਰੀ 'ਤੇ ਹੁੰਦੇ ਨੇ ਡੇਲੀ ਬੇਸਿਸ 'ਤੇ, ਉਹਨਾਂ ਨੂੰ ਹਫ਼ਤੇ 'ਚ 2 ਵਾਰੀ ਸਿਰਫ ਇੱਕ ਘੰਟੇ ਲਈ 41 ਡਿਗਰੀ ਉੱਤੇ ਫਰੋਮ 37 to 41 ਦਾ 1 ਘੰਟੇ ਦਾ ਸ਼ੌਕ, ਉਹਨੂੰ ਕਹਿੰਦੇ ਹੀਟ ਸ਼ੌਕ ਦਿੱਤਾ ਹਫ਼ਤੇ 'ਚ 2 ਵਾਰੀ। ਕਿ ਜੇ ਸੋਮਵਾਰ ਨੂੰ ਦਿੱਤਾ ਹੀਟ ਸ਼ੌਕ, ਫਿਰ ਮੰਗਲ ਬੁੱਧ ਉਹਦੀ ਰਿਕਵਰੀ ਚੱਲ ਰਹੀ ਹੈ, ਫਿਰ ਵੀਰਵਾਰ ਫਿਰ ਦਿੱਤਾ, ਅਤੇ ਫਿਰ ਸ਼ੁੱਕਰ ਸ਼ਨੀ ਐਤ ਰਿਕਵਰੀ ਚੱਲ ਰਹੀ ਹੈ। ਇਹ ਅਸੀਂ ਜਦੋਂ ਉਹਦੀ ਸਾਰੀ ਉਮਰ ਕੀਤੀ, ਇਹ ਕੋਈ ਅਬਾਊਟ 70-80 ਵਾਰੀ ਸ਼ੌਕ, ਹੀਟ ਸ਼ੌਕ ਦਿੱਤੇ, ਅਤੇ ਉਹ ਜਿਹੜੇ ਹੀਟ ਸ਼ੌਕ ਸਟਰੈਸ ਵਾਲੇ ਸੈੱਲ ਸੀ ਉਹ ਬੁੱਢੇ ਨਹੀਂ ਹੋਏ। ਹਾਂਜੀ, ਬੁੱਢੇ ਨਹੀਂ ਹੋਏ ਦਾ ਮਤਲਬ ਕਿ ਉਹਦੇ ਵਿੱਚ ਕਈ ਜਿਹੜੀਆਂ ਸਾਹਮਣੇ ਅਸੀਂ ਮਾਈਕਰੋਸਕੋਪ 'ਚ ਚੀਜ਼ਾਂ ਦੇਖਦੇ ਹਾਂ, ਉਹ ਤਬਦੀਲੀਆਂ ਨਹੀਂ ਸੀ ਹੋਈਆਂ, ਕਿ ਉਹ ਬੜੇ ਜਵਾਨ ਹੀ ਲੱਗਦੇ ਪਏ ਸੀ। ਥੋੜ੍ਹੀ ਜਿਹੀ ਉਹਨਾਂ ਦੀ ਟੋਟਲ ਉਮਰ ਵੀ ਲੰਬੀ ਹੋਈ, ਪਰ ਉਹਨਾਂ ਵਿੱਚ ਬੁਢੇਪੇ ਦੇ ਚਿੰਨ੍ਹ ਨਹੀਂ ਆਏ। ਹੁਣ ਇਹ ਬੜੀ ਜ਼ਬਰਦਸਤ ਆਬਜ਼ਰਵੇਸ਼ਨ ਸੀ ਕਿ ਵੀ ਕਿਵੇਂ ਉਸ ਹੀਟ ਸ਼ੌਕ ਦੇ ਨਾਲ ਇਹ ਉਹਦੇ ਮਨੁੱਖੀ ਸੈੱਲਾਂ ਦੀ ਏਜਿੰਗ ਅਸੀਂ ਬੜੀ ਸਲੋ ਕਰ ਦਿੱਤੀ।
ਤੇ ਉਹਦੇ ਈਵਨ ਉਮਰ ਥੋੜੀ ਜੀ ਲੰਬੀ ਵੀ ਹੋਈ। ਇਸ ਤੋਂ ਬਾਅਦ ਫਿਰ ਘੱਟੋ ਘੱਟ ਵੀ ਮੇਰੇ ਖਿਆਲ 10 ਕੇ 12 MSc MPhil ਦੇ ਥੀਸਿਸ ਤੇ 3-4 PhD ਦੇ ਥੀਸਿਸ ਮੇਰੀ ਲੈਬੋਰਟਰੀ 'ਚ ਕੰਮ ਹੈ, ਜਿਹਦੇ ਫਿਰ ਅਸੀਂ ਸਾਰਾ ਵਰਕਆਊਟ ਕੀਤਾ ਕਿ ਇਹ ਵਾਪਰੇ ਕਿਵੇਂ, ਕਿਹੜੇ ਕਿਹੜੇ ਮੈਕੈਨਿਜ਼ਮ ਚੱਲੇ, ਕੀ ਚੱਲਿਆ। ਉਹ ਫਿਰ ਇੰਨੇ ਪੇਪਰ ਛਪੇ ਹੋਏ ਨੇ ਕਿ ਇਸ ਫੀਲਡ ਦੀ ਐਸਟੈਬਲਿਸ਼ਮੈਂਟ ਹੁੰਦੀ ਕਿ ਹੀਟ ਸ਼ੌਕ। ਇਸੇ ਤਰ੍ਹਾਂ ਦੇ ਹੀਟ ਸ਼ੌਕ ਨੂੰ ਲੈ ਕੇ, ਹਾਈ ਹੀਟ ਨੂੰ, ਦੂਜੇ ਸਾਇੰਸਦਾਨਾਂ ਨੇ ਫਿਰ ਹੋਰ ਕੀੜਿਆਂ ਉੱਤੇ, ਹਾਂਜੀ, ਉਹ ਜਿਹੜਾ ਨੈਮਾਟੋਡ ਦੀ ਗੱਲ ਕੀਤੀ, ਇੱਕ ਛੋਟਾ ਜਿਹਾ ਵਰਮ ਹੁੰਦਾ, ਮੱਖੀਆਂ ਤੇ, ਡਰੋਸੋਫਿਲਾ ਦੇ ਉੱਤੇ, ਈਵਨ ਚੂਹਿਆਂ ਉੱਤੇ, ਉਹਨਾਂ ਉੱਤੇ ਵੀ ਇਹ ਕੰਮ ਕਰਨੇ ਸ਼ੁਰੂ ਕਰਕੇ ਦਿਖਾਏ ਕਿ ਜੇ ਉਹਨਾਂ ਨੂੰ ਇੱਕ ਤਰੀਕੇ ਦਾ ਡੈਲੀਬਰੇਟ ਬੁਖਾਰ, ਇਹ ਲਿਟਲ ਹਾਈ ਬੁਖਾਰ ਹਫ਼ਤੇ 'ਚ 1 ਜਾਂ 2 ਵਾਰੀ ਘੰਟੇ ਲਈ ਵੀ ਦਿੱਤਾ ਜਾਏ ਤੇ ਉਹਨਾਂ ਦੇ ਬੁਢੇਪੇ ਦੇ ਉੱਤੇ ਵੀ ਫਰਕ ਪੈਂਦਾ ਤੇ ਉਹਨਾਂ ਦੀ ਓਵਰਆਲ ਸਿਹਤ ਤੇ ਵੀ ਫਰਕ ਪੈਂਦਾ। ਉਹਨੇ ਬੜੀ ਇੰਟਰਸਟਿੰਗ ਗੱਲ ਸੀ ਇਹ ਫਿਜ਼ੀਕਲ ਲੈਵਲ ਦੀ ਸਟ੍ਰੈਸ, ਹੀਟ ਦੀ। ਇਹਨੂੰ ਫਿਰ ਅਸੀਂ ਜੋੜਾਂਗੇ ਗੱਲ ਜਾ ਕੇ ਕਿ ਕਲਚਰ ਦੇ ਵਿੱਚ ਜਿਹੜੇ ਹੌਟ ਵਾਟਰ ਸਪਾ ਹੁੰਦੇ ਨੇ, ਸਪ੍ਰਿੰਗਸ ਹੁੰਦੇ ਨੇ, ਹੌਟ ਵਾਟਰ ਸਪ੍ਰਿੰਗਸ ਵਗੈਰਾ, ਉਹਦੀ ਕੀ ਮਾਨਤਾ ਹੈ, ਕਿਉਂਕਿ ਬੜੇ ਦੇਸ਼ਾਂ 'ਚ ਸੈਂਕੜੇ ਸਾਲਾਂ ਤੋਂ ਵਰਤੇ ਜਾਂਦੇ ਨੇ। ਉਹ ਅਸੀਂ ਅਗਲੀ ਵਾਰੀ ਕਰਾਂਗੇ। ਪਰ ਇੰਜ ਦੀਆਂ ਰਿਸਰਚਾਂ ਨੇ ਫਿਰ ਹੋਰ ਜਨਰੇਟ ਕੀਤੇ, ਸ਼ੁਰੂ ਕੀਤੇ ਐਕਸਪੈਰੀਮੈਂਟ। ਮੇਰਾ ਇੱਕ ਦੋਸਤ ਹੈ ਉੱਥੇ ਫਰਾਂਸ ਦੇ ਵਿੱਚ, ਟੂਲੂਜ਼ ਦੇ ਵਿੱਚ, ਐਰਿਕ ਲਬੋਰਗ, ਜਿਹਦੇ ਨਾਲ ਮੇਰੀਆਂ 2 ਦੂਜੀਆਂ ਕਿਤਾਬਾਂ ਉਹਦੇ ਨਾਲ ਨੇ। ਉਹ ਕੰਮ ਕਰ ਰਿਹਾ ਸੀ ਡਰੋਸੋਫਿਲਾ ਦੇ ਉੱਤੇ ਹੀ, ਇਹੀ ਫਰੂਟ ਫਲਾਈ ਜਿਹੜੀ ਹੁੰਦੀ ਹੈ, ਬਨਾਨਾ ਫਲਾਈ ਜਿਹਨੂੰ ਕਹਿੰਦਾ ਮੱਖੀ। ਉਹ ਕੀ ਕਰਦਾ ਹੈ ਕਿ ਆਪਣੀ ਮੱਖੀ ਨੂੰ ਇੱਕ ਸੈਂਟਰੀਫਿਊਜ ਦੀ ਮਸ਼ੀਨ ਜਿਹੜੀ ਘੁੰਮਦੀ ਹੈ, ਨਾਰਮਲੀ ਸਾਡੇ ਕੋਲ ਬਾਹਰ ਦੀ ਗ੍ਰੈਵਿਟੀ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ 1G, ਇੱਕ ਗ੍ਰੈਵਿਟੀ ਧਰਤੀ ਦੀ। ਪਰ ਜੇ ਅਸੀਂ ਕਿਸੇ ਚੀਜ਼ ਨੂੰ, ਜਿਵੇਂ ਕੱਪੜਿਆਂ ਨੂੰ ਜਦੋਂ ਧੋਈਦਾ ਤੇ ਮਸ਼ੀਨ ਚੱਲਦੀ ਹੈ ਤੇ ਪਾਣੀ ਨਿਕਲਦਾ ਨਾ, ਉਹ ਹਾਈ ਗ੍ਰੈਵਿਟੀ ਹੁੰਦੀ। ਉਹਨਾਂ ਕੀੜਿਆਂ ਨੂੰ ਜੇ ਰੋਜ਼ ਜਾਂ ਹਰ ਦੂਜੇ ਤੀਜੇ ਦਿਨ ਉਸ ਇੱਕ ਮਸ਼ੀਨ 'ਚ ਪਾ ਕੇ 2 ਟਾਈਮ ਗ੍ਰੈਵਿਟੀ, 3 ਟਾਈਮ ਗ੍ਰੈਵਿਟੀ ਦੇ ਉੱਤੇ ਐਕਸਪੈਰੀਮੈਂਟ ਸ਼ੋਅ ਕੀਤੇ, ਉਹਨਾਂ ਕੀੜਿਆਂ ਦੀ ਉਮਰ ਕਈ ਵਾਰ 10%, 15%, 20% ਵਧਣੀ ਸ਼ੁਰੂ ਹੋਈ। ਫਿਰ ਉਹਨੇ ਵੀ ਸਾਰੀ ਉਹ ਵਰਕ ਕੀਤਾ ਵੀ ਅੱਛਾ ਅੰਦਰ ਕੀ ਕੀ ਚੇਂਜਸ ਹੋਈਆਂ। ਸੋ ਇੰਜ ਦੀਆਂ ਜਿਹੜੀਆਂ ਚੀਜ਼ਾਂ ਨੇ, ਰੇਡੀਏਸ਼ਨ ਦੇ ਉੱਤੇ ਬੜਾ ਕੰਮ ਪਹਿਲੇ ਹੋਇਆ ਸੀ 1940s ਵਿੱਚ ਵੀ, ਫਿਰ 60s 70s 'ਚ ਉਹ ਜਿਵੇਂ ਮੈਂ ਕੱਲ੍ਹ ਕਿਹਾ, ਉਹ ਪੋਲੀਟੀਕਲ ਕਾਰਨਾਂ ਕਰਕੇ ਦਬਾ ਦਿੱਤਾ ਗਿਆ ਸੀ ਕਿ ਵੀ ਰੇਡੀਏਸ਼ਨ ਕਿਉਂਕਿ ਹਮੇਸ਼ਾ ਖਰਾਬ ਹੁੰਦੀ ਹੈ। ਪਰ ਰੇਡੀਏਸ਼ਨ ਦੇ ਉੱਤੇ ਇੰਨੇ ਰਿਸਰਚ ਹੋਈ ਸੀ, ਈਵਨ ਮੇਰੇ ਆਪਣੇ ਟੀਚਰਸ ਵੱਲੋਂ, ਰੋਬਿਨ ਹੌਲੀਡੇ ਵੱਲੋਂ, ਉਹ ਚੂਹਿਆਂ ਉੱਤੇ, ਸੈੱਲਾਂ ਉੱਤੇ, ਕਿ ਇੱਕ ਲੋ ਲੈਵਲ ਰੇਡੀਏਸ਼ਨ ਰਿਪੀਟਡਲੀ ਦੇਣ ਦੇ ਨਾਲ ਉਹਨਾਂ ਦੀ ਉਮਰ ਵੱਧਦੀ ਸੀ ਤੇ ਉਹਨਾਂ ਦਾ ਬੁਢੇਪੇ ਦੀ ਸਪੀਡ ਘਟਦੀ ਸੀ। ਇੱਥੋਂ ਤੱਕ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ। ਉਹ ਵੀ ਫਿਰ ਪੋਲੀਟੀਕਲ ਇਸ਼ੂ ਬਣ ਗਿਆ ਕਿ ਜਿਹੜੇ ਨਾਗਾਸਾਕੀ, ਹੀਰੋਸ਼ੀਮਾ ਦੇ ਉੱਤੇ ਐਟਮ ਬੰਬ ਅਮਰੀਕਾ ਨੇ ਮਾਰੇ ਸੀ, ਉਹਦੇ ਵਿੱਚ ਇੱਕ ਖਾਸ ਡਿਸਟੈਂਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਕੁਝ ਰੇਡੀਏਸ਼ਨ ਤੇ ਪੁੱਜੀ ਸੀ ਪਰ ਉਹ ਮਰੇ ਨਹੀਂ, ਜਾਂ ਉਹਨਾਂ ਦੇ ਵਿੱਚ ਇਮੀਡੀਏਟਲੀ ਕੋਈ ਵੱਡੇ ਕੈਂਸਰ ਨਹੀਂ ਆਏ। ਉਹ ਜਦੋਂ 1990 ਦੇ ਆਸ-ਪਾਸ, 40-50 ਸਾਲ ਬਾਅਦ ਉਹਨਾਂ ਨੂੰ ਦੇਖਿਆ ਗਿਆ ਕਿ ਉਹਨਾਂ ਵਿੱਚ ਕਈਆਂ 'ਚ ਬੜੀਆਂ ਘੱਟ ਬਿਮਾਰੀਆਂ ਸਨ। ਹਾਂਜੀ, ਜਿਹੜੇ ਜਿਉਂਦੇ ਰਹੇ ਉਹਨਾਂ ਰੇਡੀਏਸ਼ਨ ਦੇ ਇਫੈਕਟਾਂ ਤੋਂ, ਉਹ ਸਗੋਂ ਉਹਨਾਂ ਦੀ ਬੋਡੀ ਜ਼ਿਆਦਾ ਸਟਰੋਂਗ ਸੀ। ਇੰਜ ਹੀ ਹੋਰ ਵੀ ਕਈ ਐਪੀਡੈਮੋਲੋਜੀਕਲ ਡੇਟਾ ਮਿਲਦਾ। ਹੁਣ ਇਹ ਥੋੜ੍ਹਾ ਜਿਹਾ ਕੰਟਰੋਵਰਸ਼ੀਅਲ ਹੋ ਜਾਂਦਾ ਕਿ ਵੀ ਕੀ ਮਤਲਬ ਤੁਹਾਡਾ ਰੇਡੀਏਸ਼ਨ ਦਾ। ਪਰ ਰੇਡੀਏਸ਼ਨ ਦੀ ਜਿਹੜੀ ਲੇਟੈਸਟ ਖਬਰ ਰਹੀ ਹੈ ਕਿ ਪਿਛਲੇ ਹਫ਼ਤੇ ਹੀ ਮੇਰਾ ਜਿਹੜਾ ਖਾਸ ਮਿੱਤਰ ਹੈ ਹੌਰਮਿਸਿਸ ਦਾ, ਰੇਡੀਏਸ਼ਨ ਬਾਇਓਲੋਜੀ ਦਾ, ਉਹਨੇ ਮੈਨੂੰ ਪੇਪਰ ਭੇਜੇ ਤੇ ਪ੍ਰੋਟੋਕੋਲ ਭੇਜੇ ਕਿ ਅਮਰੀਕਾ 'ਚ ਬੋਸਟਨ ਦੇ ਕੁਝ ਇਲਾਕਿਆਂ ਦੇ ਹਸਪਤਾਲਾਂ 'ਚ ਪਰਮਿਸ਼ਨ ਮਿਲੀ ਹੈ 2 ਡਾਕਟਰਾਂ ਨੂੰ ਕਿ ਰੇਡੀਏਸ਼ਨ ਨੂੰ ਕਰੋਨਾ ਦੇ ਥੈਰੇਪੀ ਦੇ ਰੂਪ 'ਚ ਵਰਤਣਾ, ਕਿ ਟੋਟਲ ਬੋਡੀ ਨੂੰ ਇੱਕ ਖਾਸ ਡੋਜ਼ ਦੇ ਉੱਤੇ ਰੇਡੀਏਸ਼ਨ ਦਿੱਤੀ ਜਾਵੇ ਤੇ ਉਹ ਕਰੋਨਾ ਤੋਂ ਰਿਕਵਰੀ ਦੇ ਵਿੱਚ ਮਦਦ ਮਿਲੇਗੀ। ਇਹ ਹੋਰਮੈਟਿਕ ਅਪਰੋਚਸ ਨੇ, ਇਹ ਹੈ ਬੜੀਆਂ ਇਸ ਸਮੇਂ ਬੜੀਆਂ ਚੈਲੰਜਿੰਗ ਤੇ ਕੰਟਰੋਵਰਸ਼ੀਅਲ। ਇੰਜ ਹੀ ਸਟ੍ਰੈਸਾਂ ਜਿਹਦੇ ਉੱਤੇ ਬੜੀ ਰਿਸਰਚ ਹੋਣੀ ਸ਼ੁਰੂ ਹੋਈ, ਦੂਜੇ ਲੋਕਾਂ ਨੇ ਵੀ ਕੀਤੀ। ਤੇ ਇੱਕ ਹੁੰਦੀ ਹੈ ਹਾਈਪੋਕਸੀਆ, ਕਿ ਆਪਣੀ ਆਕਸੀਜਨ ਘਟਾਣੀ, ਹਾਂਜੀ, ਸਾਹ ਨੂੰ ਰੋਕਣਾ। ਉਹਦੇ ਵਿੱਚ ਸਾਡੀ ਯੂਨੀਵਰਸਿਟੀ ਵਿੱਚ ਇੱਕ ਮੁੰਡਾ ਸਟੀਵ PhD ਕਰ ਰਿਹਾ ਸੀ, ਮੇਰਾ ਇੱਕ ਕਲੀਗ ਦਾ ਉਹ ਸਟੂਡੈਂਟ ਸੀ, ਜਿਹੜਾ ਵਰਲਡ ਚੈਂਪੀਅਨ ਗਿਣਿਆ ਜਾਂਦਾ ਹੈ ਕਿ ਉਹ ਨਾਰਮਲ ਹਵਾ ਦੇ ਵਿੱਚ ਮੇਰੇ ਖਿਆਲ 'ਚ 8 ਮਿੰਟ ਆਪਣਾ ਸਾਹ ਰੋਕ ਸਕਦਾ। ਪਰ ਜੇ 100% ਆਕਸੀਜਨ ਲੈ ਕੇ ਉਹ ਸਾਹ ਇਕੱਠਾ ਕਰ ਲਵੇ ਤੇ ਉਹ ਬਰਫੀਲੇ ਗਲੇਸ਼ੀਅਰਸ ਦੇ ਥੱਲੇ ਤੱਕ ਪਤਾ ਨਹੀਂ 22 ਕਿ 23 ਮਿੰਟ ਉਹ ਰੋਕਦਾ। ਉਹਦੀ ਵੀ ਇੱਕ ਕੁਲੀਗ ਸੀ ਕੁੜੀ, ਉਹ ਵੀ ਇੰਜ ਵਰਲਡ ਚੈਂਪੀਅਨ ਕੁੜੀਆਂ ਚਾਹੁੰਦੀ ਸੀ ਸਾਹ ਰੋਕਣ 'ਚ, ਪਰ ਨਾਲ ਉਹ ਫ੍ਰੀ ਡਾਈਵਰ ਸੀ, ਕਿ ਲੰਬਾ ਸਾਹ ਲੈ ਕੇ ਸਮੁੰਦਰ ਦੇ ਵਿੱਚ ਬਗੈਰ ਕਿਸੇ ਹੋਰ ਚੀਜ਼ ਦੇ ਜਾਣਾ, ਤੇ ਉਹਦੇ ਨਾਲ ਵੀ ਉਹ 6-7 ਮਿੰਟ ਤੱਕ ਉਹਦਾ ਸਾਹ ਰੁਕਦਾ ਸੀ। ਉਹ ਫਿਰ ਮੇਰੇ ਕੋਲ ਆਈ ਕਿ ਮੈਂ, ਤੁਸੀਂ ਕਹਿੰਦੇ ਹੋ ਜੀ ਸਟ੍ਰੈਸ ਚੰਗੀ ਹੁੰਦੀ ਹੈ, ਮੈਂ ਹਾਈਪੋਕਸੀਆ ਕਰਦੀ ਹਾਂ, ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? ਅਸੀਂ ਕਿਹਾ ਚਲੋ ਫਿਰ ਐਕਸਪੈਰੀਮੈਂਟ ਕਰਦੇ ਹਾਂ। ਫਿਰ ਅਸੀਂ ਸੈੱਲਾਂ ਨੂੰ ਲੈ ਕੇ ਉਹ 'ਚ ਐਕਸਪੈਰੀਮੈਂਟ ਕੀਤੇ ਕਿ ਜੇ ਆਕਸੀਜਨ ਘਟਾਈ ਜਾਵੇ ਬੋਡੀ ਦੇ ਵਿੱਚ ਜਾਣ ਬੁੱਝ ਕੇ ਥੋੜ੍ਹੀ ਦੇਰ ਲਈ, ਉਹਦੇ ਬੜੇ ਫਾਇਦੇ
ਸਾਡੇ ਸੈੱਲਾਂ 'ਚ ਨਜ਼ਰ ਆਉਣੇ ਸ਼ੁਰੂ ਹੋਏ। ਉਹ ਮੈਨੂੰ ਕੁਝ ਡਾਕਟਰ ਦੱਸਦੇ ਨੇ ਕਿ ਕਈ ਵਾਰ ਜਦੋਂ ਕਿਸੇ ਨੂੰ ਸਟ੍ਰੋਕ ਹੁੰਦੀ ਹੈ, ਹਾਰਟ ਅਟੈਕ ਹੁੰਦਾ ਵੈ, ਜੇ ਉਹਨੂੰ ਉਹ ਚੰਗੀ ਤਰੀਕੇ ਨਾਲ ਉਹਦਾ ਇੱਥੇ ਬਲੱਡ ਰੋਕ ਦੇਣ ਥੋੜ੍ਹੀ ਦੇਰ ਲਈ, ਕਿ ਜਿਹਦੇ ਨਾਲ ਉਹਦੇ 'ਚ ਹਾਈਪੋਕਸੀਆ ਪੈਦਾ ਹੁੰਦਾ ਹੈਗਾ, ਆਕਸੀਜਨ ਦੀ ਕਮੀ ਪੈਦਾ ਹੁੰਦੀ ਹੈ, ਤੇ ਉਸ ਬੰਦੇ ਦੇ ਸਰਵਾਈਵਲ ਦੇ ਚਾਂਸ ਵੱਧਦੇ ਨੇ। ਹੁਣ ਇਹ ਬੜੀਆਂ ਇੰਟਰਸਟਿੰਗ ਸਟੱਡੀਜ਼ ਹੈ, ਪਰ ਏਜਿੰਗ ਦੇ ਮਾਮਲੇ 'ਚ ਹੈ ਹੀਟ ਸ਼ੌਕ, ਰੇਡੀਏਸ਼ਨ, ਹਾਈਪੋਕਸੀਆ, ਹਾਈਪਰ ਗ੍ਰੈਵਿਟੀ ਦਾ ਜਿਹੜਾ ਮਤਲਬ ਹੈ ਉਹਦੇ 'ਚ ਇੰਟਰਸਟ ਹੈਗਾ ਵੈ ਇਹ ਸਾਰੀ ਸਪੇਸ ਰਿਸਰਚ ਵਾਲਿਆਂ ਦਾ, ਕਿ ਜਦੋਂ ਐਸਟਰੋਨੌਟਾਂ ਨੂੰ ਅਸੀਂ ਭੇਜਦੇ ਹਾਂ ਪਹਿਲੇ ਤੇ ਸ਼ੁਰੂ ਦੇ ਵਿੱਚ ਉਹਨਾਂ ਨੂੰ ਬੜੀ ਹਾਈ ਗ੍ਰੈਵਿਟੀ ਫੇਸ ਕਰਨੀ ਪੈਂਦੀ ਹੈ, ਕਿਉਂਕਿ ਐਡੀ ਸਪੀਡ 'ਚ ਰੌਕਟ ਨੇ ਜਾਣਾ ਹੁੰਦਾ, ਫਿਰ ਉਹ ਲੋ ਗ੍ਰੈਵਿਟੀ 'ਚ ਰਹਿੰਦੇ ਨੇ, ਤੇ ਉਹਨਾਂ ਚੀਜ਼ਾਂ ਦੇ ਬੋਡੀ ਨੂੰ ਕਿੱਥੋਂ ਤੱਕ ਫਾਇਦੇ ਨੇ ਤੇ ਕਿੱਥੋਂ ਤੱਕ ਨਹੀਂ ਫਾਇਦੇ, ਇਹਨਾਂ ਦੇ ਬਾਰੇ ਕਿਤਾਬਾਂ ਲਿਖੀਆਂ ਮਿਲਦੀਆਂ। ਫਿਰ ਆਉਂਦੀ ਹੈ ਦੂਜੀ ਕਿਸਮ ਦੀ ਸਟ੍ਰੈਸ, ਕਿ ਨਿਊਟ੍ਰੀਸ਼ਨਲ ਸਟ੍ਰੈਸ, ਜਿਹਦੇ ਉੱਤੇ ਲੰਬੀਆਂ ਗੱਲਾਂ ਹੋਣਗੀਆਂ, ਕਿ ਬੜਾ ਕੁਝ ਜਿਹੜਾ ਅਸੀਂ ਖਾਂਦੇ ਹਾਂ ਨਾ ਆਪਣੇ ਭੋਜਨ 'ਚ, ਜਿਵੇਂ ਮੈਂ ਐਕਸਰਸਾਈਜ਼ ਬਾਰੇ ਗੱਲ ਕੀਤੀ ਕਿ ਐਕਸਰਸਾਈਜ਼ ਇਜ਼ ਟੈਰੀਬਲ ਫਰੋਮ ਬਾਇਓਕੈਮਿਸਟਰੀ ਪੁਆਇੰਟ ਆਫ ਵਿਊ, ਪਰ ਉਹ ਹਰਮੈਟਿਕ ਪੁਆਇੰਟ ਆਫ ਵਿਊ ਨਾਲ ਬੜੀ ਫਾਇਦੇਮੰਦ ਹੈ। ਇੰਝ ਹੀ ਭੋਜਨ ਦੇ ਵਿੱਚ ਬੜੀਆਂ ਹੀ ਚੀਜ਼ਾਂ ਨੇ, ਜਿਹਦੀ ਮੈਂ ਗੱਲ ਸ਼ਾਇਦ ਕੱਲ੍ਹ ਜ਼ਿਆਦਾ ਵਧਾਵਾਂਗਾ, ਜਿਹੜੀਆਂ ਖਾਂਦੇ ਆ ਨਾ, ਅਸਲ 'ਚ ਉਹ ਬੜੀਆਂ ਪੋਇਜ਼ਨਸ ਨੇ। ਉਹਨਾਂ ਦਾ ਪਲਾਂਟਸ ਜਿਹੜੇ ਨੇ ਨਾ, ਉਹ ਸਾਡੇ ਖਾਣ ਲਈ ਨਹੀਂ ਬਣੇ ਹੋਏ। ਇਵੋਲੂਸ਼ਨ ਦੇ ਵਿੱਚ ਬੂਟਾ ਨਹੀਂ ਚਾਹੁੰਦਾ ਕਿ ਉਹਨੂੰ ਕੋਈ ਖਾਵੇ, ਉਹ ਐਸੀਆਂ ਚੀਜ਼ਾਂ ਬਣਾਉਂਦਾ ਆਪਣੇ ਆਸੇ ਪਾਸੇ ਅੰਦਰ ਬਾਹਰ ਕਿ ਕੋਈ ਜਾਨਵਰ ਉਹਨੂੰ ਖਾ ਨਾ ਸਕੇ। ਅਸੀਂ ਮਨੁੱਖਾਂ ਨੇ ਫਿਰ ਤਰੀਕੇ ਲੱਭ ਲਏ ਹੋਏ ਨੇ, ਉਹ 'ਚ ਸਾਰੀਆਂ ਇਹ ਜਿਹੜੀਆਂ ਸਪਾਈਸਿਸ ਇਸ ਐਗਜ਼ਾਮਪਲ 'ਚ ਆਉਣਗੀਆਂ, ਹਲਦੀ ਤੋਂ ਲੈ ਕੇ ਗੰਢੇ ਤੋਂ ਲੈ ਕੇ ਜਿੰਜਰ ਤੇ ਗਾਰਲਿਕ ਤੇ ਸਭ ਕੁਝ। ਇਹਦੀ ਮੈਂ ਅੱਜ ਇਮੀਡੀਏਟਲੀ ਜਾਣਾ ਨਹੀਂ ਚਾਹੁੰਦਾ ਵੱਧਦਾ। ਫਿਰ ਆਉਂਦੀਆਂ ਨੇ ਕਿ ਬਾਇਓਲੋਜੀਕਲ ਸਟ੍ਰੈਸਰਸ, ਕਈ ਵਾਰ ਥੋੜ੍ਹੀ ਇਨਫੈਕਸ਼ਨ, ਬੜੀਆਂ ਸਟੱਡੀਜ਼ ਹੋਈਆਂ ਨੇ ਉਹਦੇ ਵਿੱਚ ਵੀ। ਜਰਮਨੀ 'ਚ ਕੁਝ ਸਾਇੰਸਦਾਨ ਨੇ ਜਿਨ੍ਹਾਂ ਨੇ ਦਿੱਤਾ ਕਿ ਜੇ ਥੋੜ੍ਹੀ ਡੈਲੀਬਰੇਟਲੀ ਬੈਕਟੀਰੀਆ ਦਿੱਤਾ ਜਾਏ ਬੋਡੀ ਨੂੰ, ਇਹ ਜ਼ਿਆਦਾ ਅਸਰ ਤਾਂ ਫਿਰ ਸੈੱਲਾਂ ਉੱਤੇ ਤੇ ਜਾਂ ਜਾਨਵਰਾਂ 'ਤੇ ਹੋ ਰਹੀ ਹੁੰਦੀ ਹੈ, ਮਨੁੱਖਾਂ ਉੱਤੇ ਕੰਮ ਕਰਨੇ ਹਾਲੀ ਐਥੀਕਲੀ ਪੋਸੀਬਲ ਨਹੀਂ ਹੈ। ਤੇ ਉਹਦੇ ਨਾਲ ਵੀ ਕਿਵੇਂ ਹਰਮੈਟਿਕਲੀ ਇੱਕ ਖਾਸ ਡੋਜ਼ ਦੇ ਉੱਤੇ ਫਾਇਦਾ ਹੁੰਦਾ। ਫਿਰ ਆਉਂਦੇ ਨੇ ਮੈਂਟਲ ਸਟ੍ਰੈਸਸ ਸਭ ਤੋਂ ਵੱਡਾ ਉਹ ਹੈ ਹਿਊਮਨ ਬੀਇੰਗ ਦੇ ਮਾਮਲੇ 'ਚ, ਪਰ ਉਹਦੇ ਉੱਤੇ ਵੀ ਈਵਨ ਚੂਹਿਆਂ ਉੱਤੇ ਵੀ ਦੇਖਿਆ ਗਿਆ, ਬਿੱਲੀਆਂ ਉੱਤੇ ਵੀ ਦੇਖਿਆ ਗਿਆ ਕਿ ਬਈ ਜੇ ਚੂਹੇ ਨੂੰ ਮੈਂਟਲ ਸਟ੍ਰੈਸ ਦਿੱਤੀ ਜਾਵੇ, ਉਹ ਕਿਵੇਂ ਕੀਤਾ ਐਕਸਪੈਰੀਮੈਂਟ, ਕਿ ਚੂਹੇ ਨੂੰ ਇੱਕ ਪਲਾਸਟਿਕ ਦੇ ਡੱਬੇ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਹਦੇ ਉੱਤੇ ਉਹਨਾਂ ਨੇ ਬਿੱਲੀ ਬਿਠਾਤੀ। ਹੁਣ ਇਸ ਤੋਂ ਵੱਡੀ ਮੈਂਟਲ ਸਟ੍ਰੈਸ ਚੂਹੇ ਦੇ ਲਈ ਕੀ ਹੋ ਸਕਦੀ। ਉਹ ਜਦੋਂ ਉਹਨੂੰ ਇੰਜ ਥੋੜਾ ਕਰਨ ਲੱਗੇ ਰੋਜ਼, ਉਸ ਚੂਹੇ ਦੀ ਮੈਮਰੀ ਬੜੀ ਇੰਪਰੂਵ ਹੋਣੀ ਸ਼ੁਰੂ ਹੋਈ, ਕਿਉਂਕਿ ਉਹਦਾ ਸਰਵਾਈਵਲ ਰਿਸਪੌਂਸ ਆਇਆ ਕਿ ਵੀ ਮੈਂ ਪਤਾ ਨਹੀਂ ਕਦੋਂ ਮਾਰਿਆ ਜਾਣਾ, ਕਦੋਂ ਉਹਦੀ ਭੋਜਨ ਦਾ ਲੱਭਣਾ, ਆਪਣੀ ਯਾਦ ਸ਼ਕਤੀ ਵਧਣੀ ਸ਼ੁਰੂ ਹੋਈ। ਹੁਣ ਇਹ ਇੰਨੀ ਕਿਸਮ ਦੀਆਂ ਇਹ ਰਿਸਰਚਾਂ ਚੱਲ ਰਹੀਆਂ ਨੇ ਨਾ, ਕਿ ਜਿਹੜੀਆਂ ਬਾਰ ਇਹ ਸ਼ੋਅ ਕਰਦੀਆਂ ਕਿ ਇਹ ਜਿਹੜੀ ਹਰਮੇਸਿਸ ਹੈ, ਇਹ ਇੱਕ ਰੀਅਲ ਸਾਇੰਟੀਫਿਕ ਫੈਕਟ ਹੈ ਕਿ ਤੁਸੀਂ ਮਾਈਲਡ ਸਟ੍ਰੈਸ ਤੇ ਉਹ ਰਿਪੀਟਡਲੀ, ਜਿਵੇਂ ਐਕਸਰਸਾਈਜ਼ ਦੀ ਐਗਜ਼ਾਮਪਲ ਅੱਗੇ ਹੀ ਆ ਚੁੱਕੀ ਹੈ ਕਿ ਹੋਣੀ ਚਾਹੀਦੀ ਹੈ ਮੋਡਰੇਟ ਪਰ ਰਿਪੀਟਡ, ਪਰ ਉਹ ਫਿਰ ਉਹਦਾ ਡੋਜ਼ ਕਿਵੇਂ ਫੈਸਲਾ ਹੋਏਗਾ, ਇਹਦੇ ਉੱਤੇ ਵੀ ਗੱਲਾਂ ਕਰਨ ਦੀ ਲੋੜ ਹੈ। ਅੱਜ ਸਵੇਰੇ ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ ਕਿ ਵੀ ਮੈਂ ਹੁਣ 70 ਕਿਲੋਮੀਟਰ ਸਾਈਕਲ ਚਲਾਉਣ ਚੱਲਾਂ, ਇਹ ਤੇ ਮੈਂ ਐਕਸੈਸ ਤੇ ਨਹੀਂ ਕਰ ਰਿਹਾ। ਮੈਂ ਕਿਹਾ ਇਹਦਾ ਫੈਸਲਾ ਕਰਨ ਲਈ ਤੁਹਾਡੀ ਬਾਕੀ ਸਾਰੀ ਜ਼ਿੰਦਗੀ ਦੀ ਸਟਾਈਲ ਸਮਝਣਾ ਪਏਗਾ ਕਿ ਜੇ ਤੁਹਾਡੇ ਲਈ 70 ਕਿਲੋਮੀਟਰ ਚਲਾਉਣ ਦੇ ਨੁਕਸਾਨ ਕੀ ਹੋ ਰਹੇ ਨੇ ਤੇ ਫਾਇਦੇ ਕੀ ਹੋ ਰਹੇ ਨੇ। ਚਲੋ ਇਹ ਫਿਰ ਗੱਲ ਲੰਬੀ ਹੋ ਜਾਏਗੀ, ਕਿਉਂਕਿ ਟਾਈਮ ਦਾ ਮੈਂ ਧਿਆਨ ਰੱਖਦਾ ਪਿਆ। ਅੱਜ ਦਾ ਇੱਕ ਨਵਾਂ ਜਿਹੜਾ ਲਫ਼ਜ਼ ਤੁਹਾਨੂੰ ਫਿਰ ਮੈਂ ਇਸੇ ਕੌਨਟੈਕਸਟ 'ਚ ਤੁਹਾਡੇ ਨਾਲ ਇੰਟਰੋਡਿਊਸ ਕਰਨਾ ਚਾਹੁੰਦਾ ਕਿ ਇਹ ਜਿਹੜਾ ਫਿਨੋਮੀਨਨ ਹੈ, ਇਹ ਜਿਹੜਾ ਇੱਕ ਕਿਰਿਆ ਹੈ, ਉਹਨੂੰ ਅਸੀਂ ਕਹਿੰਦੇ ਹਾਂ ਹੌਰਮੇਸਿਸ। ਹਾਂਜੀ, ਉਹ ਤਾਂ ਤੁਹਾਨੂੰ ਹੁਣ ਤੱਕ ਸਮਝ ਲੱਗ ਗਿਆ ਕਿ ਜੇ ਕੋਈ ਸਟ੍ਰੈਸ ਆਫ ਚੋਇਸ ਨਾਲ, ਛੋਟੀ ਸਟ੍ਰੈਸ ਨਾਲ ਸਾਨੂੰ ਜੇ ਫਾਇਦੇ ਜਦੋਂ ਹੋਣਗੇ ਕਿਸੇ ਵੀ ਕਿਸਮ ਦੇ, ਉਹਨੂੰ ਅਸੀਂ ਫਿਜ਼ੀਓਲੋਜੀਕਲ ਹੌਰਮੇਸਿਸ ਕਹਿੰਦੇ ਹਾਂ, ਸਿਹਤਮੰਦ ਹੌਰਮੇਸਿਸ। ਤੇ ਜਿਹੜੀ ਚੀਜ਼ ਹੌਰਮੇਸਿਸ ਕਰਦੀ ਹੈ ਉਹਦੇ ਲਈ ਇੱਕ ਨਵੀਂ ਟਰਮ ਕੁਆਇਨ ਕੀਤੀ ਸੀ ਫਿਰ ਮੈਂ, ਹੌਰਮੇਟਿਨ। ਹਾਂਜੀ, ਹੌਰਮੇਟਿਨ ਜਿਹੜੀ ਹੈ ਉਹ ਫਿਜ਼ੀਕਲ, ਹਾਂਜੀ, ਮੈਂਟਲ, ਨਿਊਟ੍ਰੀਸ਼ਨਲ ਹੋਏਗੀ। ਹੌਰਮੇਟਿਨ ਇਜ਼ ਅ ਕੰਡੀਸ਼ਨ which causes hormesis, ਜਿਵੇਂ exercise is a physical hormetin, spices will be nutritional hormetins। ਹਾਂਜੀ, ਮੈਂਟਲ ਸਟ੍ਰੈਸ ਜਿਹਦੇ ਵਿੱਚ ਅੱਜ ਮੈਂ ਗੱਲ ਕਰਨੀ ਨਹੀਂ ਵਧਾ ਰਿਹਾ, ਈਵਨ ਮੈਡੀਟੇਸ਼ਨ ਉਸ ਕੈਟੇਗਰੀ 'ਚ ਆਉਂਦੀ ਹੈ, ਦੈਟਸ ਅ ਮੈਂਟਲ ਹੌਰਮੇਟਿਨ। ਭੋਜਨ ਦੇ ਮਾਮਲੇ 'ਚ ਵਰਤ ਰੱਖਣਾ, ਉਹ ਫਿਰ ਟਾਈਮ ਦੀ ਕਮੀ ਹੋਣ ਕਰਕੇ ਮੈਨੂੰ ਬੰਦ ਕਰਨੀ ਪੈਣੀ ਗੱਲ। ਵਰਤ ਰੱਖਣਾ ਸਾਡੇ ਸੈੱਲਾਂ ਦੇ ਉੱਤੇ ਵੀ ਇਹੀ ਸ਼ੋਅ ਕੀਤਾ, ਜੇ ਹਫ਼ਤੇ 'ਚ ਇੱਕ ਦਿਨ ਅਸੀਂ ਆਪਣੇ ਸੈੱਲਾਂ ਨੂੰ ਲੈਬੋਰਟਰੀ 'ਚ ਬਿਲਕੁਲ ਭੋਜਨ ਨਾ ਦਈਏ, ਨਹੀਂ ਬਿਲਕੁਲ ਨਹੀਂ, ਅਬਾਊਟ ਬਈ 80% ਉਹਦੀ ਵਰਤ ਰੱਖ ਦਈਏ,
ਤੇ ਉਹਨਾਂ ਦੀ ਉਮਰ ਵੀ ਲੰਬੀ ਹੋਈ ਤੇ ਉਹਨਾਂ ਦਾ ਬੁਢੇਪਾ ਵੀ ਸਲੋ ਡਾਊਨ ਹੋਇਆ, ਉਹਨਾਂ ਦੇ ਬੁਢੇਪਾ ਵੀ ਥੋੜਾ ਹੌਲੀ ਹੌਲੀ ਹੋਣਾ ਸ਼ੁਰੂ ਹੋਇਆ। ਇਹਦੇ ਉੱਤੇ ਬੜਾ ਹੀ ਕੰਮ ਇਸ ਸਮੇਂ ਹੋ ਰਿਹਾ ਚੂਹਿਆਂ ਉੱਤੇ, ਈਵਨ ਮਨੁੱਖਾਂ ਉੱਤੇ ਵੀ, ਕਿ ਵੀ ਵਰਤ ਦਾ ਕੀ ਰੂਪ, ਕਿੰਨੀ ਕਿਸਮ ਦਾ ਵਰਤ, ਇੰਟਰਮਿਟੈਂਟ ਫਾਸਟਿੰਗ ਉਹਨੂੰ ਕਹਿੰਦੇ ਨੇ, ਕਿ ਵਿੱਚ ਕਰਨੀ, ਉਹੀ ਮਾਈਲਡ ਤੇ ਰਿਪੀਟਡ। ਇਹ ਸਾਰੀਆਂ ਚੀਜ਼ਾਂ, ਇਹ ਹੌਰਮੇਟਿਨਸ ਦਾ ਏਰੀਆ ਐਡਾ ਵੱਡਾ ਹੁਣ ਬਣ ਗਿਆ ਕਿ ਨਵੀਂ ਤੋਂ ਨਵੀਂ ਇੰਡਸਟਰੀ ਇਹਦੇ ਬਾਰੇ ਚੀਜ਼ਾਂ ਬਣਾ ਰਹੀ ਹੈ, ਮਲਟੀ ਹੌਰਮੇਟਿਨਸ ਪਿਲਸ ਬਣ ਗਈਆਂ। ਪਰ ਉਹ ਕਿਉਂ ਕੰਮ ਕਰਦੀਆਂ, ਕਿਵੇਂ ਕਰਦੀਆਂ ਤੇ ਸਾਨੂੰ ਕਿਵੇਂ ਵਰਤਣੀਆਂ ਚਾਹੀਦੀਆਂ, ਇਹਨਾਂ ਗੱਲਾਂ ਨੂੰ ਫਿਰ ਕੱਲ ਤੋਂ ਅੱਗੇ ਲੜੀ ਵਧਾਵਾਂਗੇ। ਇਹ ਬੜੀ ਛੇਤੀ ਟਾਈਮ ਮੁੱਕ ਜਾਂਦਾ ਮੇਰਾ 20 ਮਿੰਟ, ਪਰ ਚਲੋ ਕੋਈ ਗੱਲ ਨਹੀਂ, ਕਿਉਂਕਿ ਇਸ ਤੋਂ ਲੰਬਾ ਜੇ ਮੈਂ ਟਾਈਮ ਰੱਖਿਆ ਤਾਂ ਸ਼ਾਇਦ ਤੁਸੀਂ ਥੱਕ ਜਾਓ। ਚਲੋ ਆਜ ਕੀ ਮੁਲਾਕਾਤ ਫਿਰ ਬਸ ਇਤਨੀ, ਕੱਲ ਫਿਰ ਮਿਲਾਂਗੇ।